देखो ये अपना ये शॉर्ट आंसर टाइप क्वेश्चन है अपना डीम्ड इनकम शॉर्ट आंसर है 13 नंबर के लिए क्वेश्चन काफी ज्यादा इंपॉर्टेंट है और एग्रीगेशन ऑफ इनकम वाले चैप्टर का बिल्कुल ये आखिरी क्वेश्चन है और इंपॉर्टेंट काफी है इस सब क्वेश्चन में सब तो पहला तो ਤੁਸੀਂ ਇਹ ਜਿਹੜੇ ਸੈਕਸ਼ਨ ਲਿਖੇ ਹੋਏ ਆ ਸੈਕਸ਼ਨ 68 69 69A 69B 69C ਇਹ ਤੁਸੀਂ ਸਾਰੇ ਦੇ ਸਾਰੇ ਜਿਹੜੇ ਸੈਕਸ਼ਨ ਹੈ ਲਰਨ ਕਰਨੇ ਆ ठीक है और सीरियल वाइज पॉइंट लिखोगे ਤਾਂ ਹੀ ਸੈਕਸ਼ਨ ਸੀਰੀਅਲ ਵਾਈਜ਼ ਯਾਦ ਰੱਖੋਗੇ ਤਾਂ ਇਸ ਕਰਕੇ ਕੀ ਹੈ ਸਾਰੇ ਪੁਆਇੰਟ ਜਿਹੜੇ ਨੇ ਸੀਰੀਅਲ ਵਾਈਜ਼ ਯਾਦ ਕਰ ਲਿਓ ਔਰ ਸੈਕਸ਼ਨ ਨਾਲ ਮੈਂਸ਼ਨ ਕਰ ਦਿਓ ਤੇ ਲਿਖਣਾ ਪੇਪਰ ਚਾਹੀਏ ਹੈ ਇਹਨਾਂ ਦੀ ਬਸ ਐਕਸਪਲੇਨੇਸ਼ਨ ਨਾਲ ਐਡ ਕਰ ਦੇਣੀ ਹੈ ਐਂਡ ਦੇ ਉੱਤੇ ਠੀਕ ਹੈ ਨਾ ਹੁਣ ਸਭ ਤੋਂ ਪਹਿਲਾਂ ਆਪਣੇ ਕੋਲ ਫਸਟ ਪੁਆਇੰਟ ਹੈ ਜੀ ਕੈਸ਼ ਕ੍ਰੈਡਿਟ ਦੇਖੋ ਜੀ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਡੀਮੋਨੇਟਾਈਜੇਸ਼ਨ ਦੀ ਸਿਚੁਏਸ਼ਨ ਤੁਹਾਡੇ ਯਾਦ ਹੋਣਾ ਹੈ ਕਿ ਆਪਾਂ ਇਹ ਕਹਿੰਦੇ ਹੁੰਦੇ ਸੀ ਕਿ ਜਦੋਂ ਨੋਟਬੰਦੀ ਹੋਈ ਤਾਂ ਜਿਨ੍ਹਾਂ ਦੇ ਖਾਤਿਆਂ ਵਿੱਚ ਕਦੇ ਪੈਸੇ ਜਮ੍ਹਾਂ ਨਹੀਂ ਹੋਏ ਸੀ ਉਹਨਾਂ ਦੇ ਖਾਤਿਆਂ ਵਿੱਚ ਵੀ ਕੀ ਹੋਇਆ ਪੈਸੇ ਜਮ੍ਹਾਂ ਹੋਏ ਯਾਨੀ ਕਿ ਤੁਹਾਡੀਆਂ ਬੁੱਕਸ ਪਹਿਲਾਂ ਕਹਿ ਰਹੀਆਂ ਸੀ ਕਿ ਤੁਹਾਡੇ ਖਾਤੇ 'ਚ ਇੰਨੇ ਪੈਸੇ ਹੈ ਅਚਾਨਕ ਇੱਕੋ ਦਮ ਇੱਕ ਬਹੁਤ ਵੱਡੀ ਅਮਾਉਂਟ ਤੁਹਾਡੇ ਖਾਤੇ 'ਚ ਜਮ੍ਹਾਂ ਹੋਈ ਤਾਂ ਉਸ ਨੂੰ ਟ੍ਰੇਸ ਕਰ ਲਿਆ ਗਿਆ ਔਰ ਟ੍ਰੇਸ ਕਰਕੇ ਇਨਕਮ ਟੈਕਸ ਵਾਲਿਆਂ ਨੇ ਪੁੱਛਿਆ ਤੁਹਾਡੇ ਕੋਲ ਇਹ ਇਨਕਮ ਕਿੱਥੋਂ ਆਈ तो ਤੁਹਾਡੇ ਕੋਲ ਕੋਈ ਜਵਾਬ ਨਹੀਂ ਸੀ ਤੁਸੀਂ ਕਹਿੰਦੇ ਜੀ ਇਹ ਆਏ ਜੀ ਉਹ ਜੀ ਇਧਰੋਂ ਆਏ 100 ਬਹਾਨੇ ਤੁਸੀਂ ਕਰਨ ਲੱਗੇ ਤਰ੍ਹਾਂ ਤਰ੍ਹਾਂ ਦੇ ਬਹਾਨੇ ਤੁਸੀਂ ਲਗਾਏ ਕਿ ਸਰ ਸਾਨੂੰ ਇਨਕਮ ਇੱਥੋਂ ਆਈ ਸਾਰੀ ਇਨਕਮ ਸਾਨੂੰ ਇੱਥੋਂ ਆਈ ਤੁਸੀਂ ਜਿਹੜੇ ਤੁਹਾਡੇ ਆਨਸਰ ਸੀ ਜਿਹੜੇ ਤੁਹਾਡੇ ਵਿਊਜ਼ ਸੀ ਉਸ ਤੋਂ ਇਹ ਅਸੈਸਿੰਗ ਆਫੀਸਰ ਸੈਟੀਸਫਾਈ ਜਾਂ ਤਾਂ ਹੋਊਗਾ ਜਾਂ ਨਹੀਂ ਹੋਊਗਾ ਮੰਨ ਲਓ ਸੈਟੀਸਫਾਈ ਨਹੀਂ ਹੋਇਆ ਤਾਂ ਉਹਨੇ ਸਾਨੂੰ ਉਹ ਇਨਕਮ ਕੀ ਕਹੂਗਾ ਤੁਹਾਡੀ उस इनकम ਨੂੰ ਅਸੀਂ ਕੀ ਬੋਲਾਂਗੇ ਅਚਾਨਕ ਜਿਹੜੇ ਕੈਸ਼ ਕ੍ਰੈਡਿਟ ਹੋ ਗਏ ਤੁਹਾਡੇ ਖਾਤੇ ਵਿੱਚ that income is deemed income that income is considered as your income ਵੈਸੇ ਤਾਂ ਇਨਕਮ ਤੁਹਾਡੀ ਨਹੀਂ ਪਰ ਉਹ ਇਨਕਮ ਕੀ ਮੰਨੀ ਜਾਊਗੀ deemed income ਮੰਨੀ ਜਾਊਗੀ ਠੀਕ ਹੈ ਨਾ ਹੁਣ ਉਹ ਜਿਹੜੇ ਡੀਮੋਨੇਟਾਈਜੇਸ਼ਨ ਦੇ ਕੇਸ 'ਚ ਵੱਡੀ ਵੱਡੀ ਅਮਾਉਂਟ ਠੀਕ ਹੈ ਨਾ ਜਮ੍ਹਾਂ ਹੋਈ 5-5 ਲੱਖ 10-10 ਲੱਖ ਇੱਕੋਦਮ ਖਾਤਿਆਂ ਜਮ੍ਹਾਂ ਹੋਈ ਉਸ ਨੂੰ ਟ੍ਰੇਸ ਕਰਕੇ ਤੁਹਾਡੇ ਤੇ ਰੇਡ ਵੱਜੀ और रेड वजी का जो पूछा गया ਤੁਹਾਡੇ ਕੋਲ ਕੋਈ ਆਨਸਰ ਨਹੀਂ ਸੀ ਤਾਂ ਉਸ ਨੂੰ ਇਨਕਮ ਟੈਕਸ ਵਾਲੇ ਕੀ ਕਹਿਣਗੇ ਡੀਮਡ ਇਨਕਮ ਕਿ ਦਿਸ ਇਜ਼ ਇਨਕਮ ਬਿਲੋਂਗਸ ਟੂ ਯੂ ਐਂਡ ਯੂ ਹੈਵ ਟੂ ਪੇ ਦ ਟੈਕਸ ਔਨ ਦੈਟ ਇਨਕਮ ਔਰ ਉਹ ਟੈਕਸ ਕਿੰਨਾ ਪੇ ਕਰਨਾ ਪਊਗਾ ਉਹਦੀ ਆਪਾਂ ਡਿਸਕਸ਼ਨ ਕਰਦੇ ਹਾਂ ਲੇਟਰ ਠੀਕ ਹੈ ਤਾਂ ਇਹਦਾ ਮਤਲਬ ਕੈਸ਼ ਕ੍ਰੈਡਿਟ ਦਾ ਮਤਲਬ ਹੁੰਦਾ ਹੈ ਕਿ ਬੁੱਕਸ ਆਫ ਅਕਾਊਂਟਸ ਘੱਟ ਸ਼ੋ ਕਰ ਰਹੀਆਂ ਸੀ ਪਰ ਅਚਾਨਕ ਖਾਤੇ ਵਿੱਚ ਪੈਸੇ ਜਮ੍ਹਾਂ ਹੋਣ ਕਰਕੇ ਸੈਸਿੰਗ ਆਫੀਸਰ ਨੇ ਤੁਹਾਡੇ ਤੋਂ ਉਸ ਦਾ ਜਵਾਬ ਮੰਗਿਆ ਤਾਂ ਤੁਹਾਡੇ ਕੋਲ ਕੋਈ ਜਵਾਬ ਨਹੀਂ ਸੀ ਤਾਂ that income will be considered as the deemed income ਤੁਹਾਡੀ ਇਨਕਮ ਮੰਨ ਲਈ ਜਾਊਗੀ ਹਾਲਾਂਕਿ ਉਹ ਇਨਕਮ ਤੁਹਾਡੀ ਨਹੀਂ ਪਰ ਉਹ ਇਨਕਮ ਕਿਹਦੀ ਮੰਨ ਲਈ ਜਾਊਗੀ ਤੁਹਾਡੀ ਖੁਦ ਦੀ ਇਨਕਮ ਮੰਨ ਲਈ ਜਾਊਗੀ ਨੈਕਸਟ ਆਪਣੇ ਕੋਲ ਹੈ ਜੀ ਅਨਐਕਸਪਲੇਨਡ ਇਨਵੈਸਟਮੈਂਟ ਅਨਐਕਸਪਲੇਨਡ ਇਨਵੈਸਟਮੈਂਟ ਦਾ ਮਤਲਬ ਹੁੰਦਾ ਹੈ ਕਿ ਕੋਈ ਵੀ ਇਸ ਤਰ੍ਹਾਂ ਦੀ ਇਨਵੈਸਟਮੈਂਟ ਜਿਹੜੀ ਕਿ ਅਨਐਕਸਪਲੇਨਡ ਹੈ ਤੁਸੀਂ ਮੰਨ ਲਓ ਕਿਸੇ ਵੀ ਥਾਂ ਤੇ ਮੰਨ ਲਓ ਕੋਈ ਪ੍ਰਾਪਰਟੀ ਖਰੀਦ ਲਈ ਹਾਊਸ ਪ੍ਰਾਪਰਟੀ ਖਰੀਦ ਲਈ ਇਨਵੈਸਟਮੈਂਟ ਕਰਤੀ ਕਿਤੇ और वो अनएक्सप्लेन्ड है अनएक्सप्लेन्ड इन द सेंस मतलब मान लो तुसी 2 करोड़ रुपए की कोई प्रॉपर्टी खरीदी असेसिंग ऑफिसर ने ਤੁਹਾਨੂੰ ਪੁੱਛਿਆ ਜੀ ਤੁਹਾਡੇ ਕੋਲੇ ਪ੍ਰਾਪਰਟੀ ਵਾਸਤੇ ਪੈਸੇ ਕਿੱਥੋਂ ਆਏ ਤੁਸੀਂ ਤਾਂ ਕੋਈ ਇੱਕ ਨੰਬਰ ਦੇ ਵਿੱਚ ਪੈਸੇ ਸ਼ੋ ਹੀ ਨਹੀਂ ਕੀਤੇ ਤਾਂ ਤੁਹਾਡੇ ਕੋਲ ਜਵਾਬ ਨਹੀਂ ਸੀ ਕੋਈ ਤੁਸੀਂ ਫਿਰ ਉਹੀ ਬਹਾਨੇ ਜੀ ਆਏ ਕਰਕੇ ਸਾਡੇ ਕੋਲ ਇੱਥੋਂ ਆਇਆ ਪੈਸਾ ਇੱਥੋਂ ਆਇਆ ਕੋਈ ਬਹਾਨਾ ਨਹੀਂ ਸੀ ਸੈਟੀਸਫੈਕਟਰੀ ਆਨਸਰ ਤੁਸੀਂ ਨਹੀਂ ਦਿੱਤਾ ਤਾਂ ਅਸੈਸਿੰਗ ਆਫਿਸਰ ਵਿਲ ਕੰਸੀਡਰ that income to your income और ਤੁਹਾਡੀ ਇਨਕਮ ਉਹ ਅਨਐਕਸਪਲੇਨਡ ਸੀਗੀ ਇਸ ਕਰਕੇ ਉਹ ਇਨਕਮ ਪਹਿਲਾਂ ਤੁਹਾਡੀ ਮੰਨ ਲਈ ਜਾਊਗੀ ਫਿਰ ਅਗਲੀ ਵਾਰ ਤੁਹਾਨੂੰ ਤੇ ਕੀ ਭਰਨਾ ਪਊਗਾ ਟੈਕਸ ਭਰਨਾ ਪਊਗਾ ਫਿਰ ਨੈਕਸਟ ਆਪਣੇ ਕੋਲ ਹੈ ਪੁਆਇੰਟ ਅਨਐਕਸਪਲੇਨਡ ਮਨੀ ਅਨਐਕਸਪਲੇਨਡ ਮਨੀ ਦਾ ਮਤਲਬ ਇੱਥੇ ਹੈ ਬੁਲੀਅਨਸ ਠੀਕ ਹੈ ਨਾ ਬੁਲੀਅਨਸ ਮਤਲਬ ਹੁੰਦਾ ਜਿਵੇਂ ਕਿ ਸੋਨੇ ਚਾਂਦੀ ਜੁਐਲਰੀ ਵਗੈਰਾ ਦੇ ਬਿਸਕਿਟਸ ਵਗੈਰਾ ਹੁੰਦੇ ਜਿਹੜੇ ਆਪਣੇ ਹੈ ਨਾ ਤਾਂ ਉਹ ਜਿਹੜੇ ਪੁਆਇੰਟਸ ਨੇ ਉਹ ਸਾਰੀਆਂ ਚੀਜ਼ਾਂ ਜੁਐਲਰੀ ਆ ਗਿਆ ਡਾਇਮੰਡ ਆ ਗਿਆ ਠੀਕ ਹੈ ਨਾ ਇਹ ਸਾਰੇ ਜਿਹੜੇ ਬੁਲੀਅਨਸ ਹੁੰਦੇ ਨੇ ਇਹ ਸਾਰੀਆਂ ਦੀਆਂ ਸਾਰੀਆਂ ਕਾਹਦੇ ਵਿੱਚ ਆ ਜਾਂਦੇ ਅਨਐਕਸਪਲੇਨਡ ਮਨੀ ਦੇ ਵਿੱਚ ਮੰਨ ਲਓ ਤੁਸੀਂ ਉਹ ਚੀਜ਼ਾਂ ਖਰੀਦ ਲਈਆਂ ਬਾਅਦ ਵਿੱਚ ਪਰ ਉਹ ਕੀ ਸੀ ਅਨਐਕਸਪਲੇਨਡ ਜਦੋਂ ਬਾਅਦ ਵਿੱਚ ਉਹ ਟ੍ਰੇਸਿੰਗ ਹੋਈ ਪਤਾ ਲੱਗਿਆ ਤਾਂ ਤੁਹਾਡੇ ਕੋਲ ਕੋਈ ਸੈਟੀਸਫੈਕਟਰੀ ਆਨਸਰ ਨਹੀਂ ਸੀ ਤਾਂ that amount will also be considered as the deemed income ਉਸ ਨੂੰ ਵੀ ਕੀ ਮੰਨ ਲਿਆ ਜਾਊਗਾ deemed income ਮੰਨ ਲਿਆ ਜਾਊਗਾ ਫਿਰ ਨੈਕਸਟ ਆਪਣੇ ਕੋਲ ਹੈ account of investment not fully disclosed in the books of accounts ਤੁਸੀਂ ਆਪਣੀ ਇੱਕ 50 ਕਰੋੜ ਰੁਪਏ 50 ਲੱਖ ਰੁਪਏ ਦੀ ਇੱਕ ਹਾਊਸ ਪ੍ਰਾਪਰਟੀ ਖਰੀਦੀ ਪਰ ਬੁੱਕਸ ਦੇ ਵਿੱਚ ਉਹਨੂੰ ਸ਼ੋ ਕਰਤਾ 10 ਲੱਖ ਰੁਪਏ ਦਾ 10 ਲੱਖ ਰੁਪਏ ਦਾ ਤੁਸੀਂ ਉੱਤੇ ਕੋਈ ਨਾ ਕੋਈ ਵੇਰਵਾ ਪਾਇਆ ਹੋਇਆ ਸੀ ਪਰ ਜਦੋਂ ਉਹਦੀ ਵੈਲਿਊਏਸ਼ਨ ਕਰਵਾਈ ਗਈ ਤਾਂ ਵੈਲਿਊਏਸ਼ਨ ਦੇ ਸਮੇਂ ਪਤਾ ਚੱਲਿਆ ਕਿ ਉਸ ਦੀ ਪ੍ਰਾਪਰਟੀ ਕਿੰਨੀ ਹੈ ਕਿੰਨੇ ਦੀ ਹੈ ਉਹ 50 ਲੱਖ ਰੁਪਏ ਦੀ
गल समझ गए। तो यानी कि कहते अगर तुसी कोई चीज़ नूं किसी इन्वेस्टमेंट नूं अंडर डिस्कलोज करते हो, यानी कि नॉट फुली डिस्कलोज इन बुक्स ऑफ अकाउंट्स, समझ गए, तुसी बुक्स ऑफ अकाउंट्स ਦੇ ਵਿੱਚ ਉਸ ਨੂੰ डिस्कलोज ਕੀਤਾ और ਉਸ ਨੂੰ ਜਦੋਂ डिस्कलोज ਕੀਤਾ ਤਾਂ ਉਸ ਦੀ ਪੂਰੀ ਵੈਲਿਊ डिस्कलोज ਨਹੀਂ ਕੀਤੀ, ਤਾਂ ਜਦੋਂ ਲੇਟਰ ਔਨ ਉਸ ਦੀ ਪੂਰੀ ਵੈਲਿਊ डिस्कलोज ਨਹੀਂ ਕੀਤੀ ਤਾਂ ਜਦੋਂ ਤੁਹਾਡਾ ਕੀ ਹੋਇਆ ਟੈਕਸ ਆਡਿਟ ਹੋਇਆ ਤਾਂ ਉਦੋਂ ਪਤਾ ਲੱਗਿਆ ਕਿ ਤੁਸੀਂ ਇਸ ਨੂੰ ਕੀ ਹੈ ਘੱਟ ਰਿਕਾਰਡ ਕੀਤਾ ਹੋਇਆ ਹੈ। ਗੱਲ ਸਮਝ ਗਏ। ਜੇਕਰ ਘੱਟ ਰਿਕਾਰਡ ਕੀਤਾ ਹੋਇਆ ਤਾਂ ਟੈਕਸ ਆਡਿਟ ਦੇ ਵਿੱਚ ਆਡੀਟਰ ਨੇ ਲਿਖ ਕੇ ਦੇ ਦੇਣਾ, ਠੀਕ ਹੈ ਨਾ, ਤਾਂ ਤੁਹਾਡੇ ਤੇ ਰੇਟ ਪਊਗੀ, ਜਦੋਂ ਰੇਟ ਪਊਗੀ ਤਾਂ ਤੁਹਾਡੇ ਕੋਲ ਕੋਈ ਸੈਟੀਸਫੈਕਟਰੀ ਆਨਸਰ ਨਹੀਂ ਹੋਣਾ, ਤਾਂ ਜਦੋਂ ਸੈਟੀਸਫੈਕਟਰੀ ਆਨਸਰ ਸਾਡੇ ਕੋਲ ਨਹੀਂ ਹੁੰਦਾ ਤਾਂ ਫਿਰ ਸਾਨੂੰ ਉਸ ਇਨਕਮ ਨੂੰ ਜਿਹੜੀ ਐਕਸੈਸਿਵ ਇਨਕਮ ਹੁੰਦੀ ਹੈ ਜਿਹੜੀ ਅਸੀਂ ਫੁੱਲੀ ਡਿਸਕਲੋਜ਼ ਨਹੀਂ ਕੀਤੀ ਸੀ that income will be considered as the deemed income, ਉਸ ਨੂੰ ਮੰਨ ਲਿਆ ਜਾਊਗਾ ਵੀ ਇਹ ਕਿਹਦੀ ਇਨਕਮ ਹੈ, ਸੋਡੀ ਇਨਕਮ ਹੈ, ਠੀਕ ਹੈ। ਤੁਸੀਂ ਪਹਿਲਾਂ ਕਿਤੇ ਸ਼ੋ ਨਹੀਂ ਕੀਤਾ ਕਿਉਂਕਿ 2 ਨੰਬਰ ਦੀ ਇਨਕਮ ਕਿਹੜੀ ਹੁੰਦੀ ਹੈ ਜਿਹੜੀ ਆਪਾਂ ਕਿਤੇ ਸ਼ੋ ਨਹੀਂ ਕਰਦੇ, ਜਿਹੜੀ ਬਲੈਕ ਮਨੀ ਹੁੰਦੀ ਹੈ, ਤਾਂ ਇਸ ਕਰਕੇ ਜਿਹੜੀ ਇਨਕਮ ਸ਼ੋ ਨਹੀਂ ਕੀਤੀ ਅਨਐਕਸਪਲੇਨਡ ਹੈ ਉਹ ਜਦੋਂ ਟ੍ਰੇਸ ਹੁੰਦੀ ਹੈ ਤਾਂ ਆਪਾਂ ਨੂੰ ਤਰ੍ਹਾਂ ਦੇ ਬਹਾਨੇ ਬਣਾਉਣੇ ਪੈਂਦੇ ਆ। ਹੁਣ ਅਸੈਸਿੰਗ ਆਫੀਸਰ ਸੈਟੀਸਫਾਈ ਹੋ ਗਿਆ ਤਾਂ ਬਚ ਗਏ, ਜੇ ਨਹੀਂ ਹੋਇਆ ਤਾਂ ਉਹ ਇਨਕਮ ਨੂੰ ਅਸੀਂ ਕੀ ਮੰਨ ਲੈਂਦੇ ਆ, डीम्ड इनकम मानना। गल समझ गए। और लास्ट पॉइंट है अनएक्सप्लेन्ड एक्सपेंडिचर, ये पॉइंट इन्वेस्टमेंट नाल ही मैच करता है। इन्वेस्टमेंट दे विच भी आपां की किया सी कि कोई हाउस प्रॉपर्टी खरीद ली, इहदे विच भी आपां कह दिंदे आ भी आपां ने कोई एक्सपेंडिचर इनकर कीता और उस एक्सपेंडिचर नूं इनकर करने वास्ते पैसे कित्थों आए, इसका जवाब देने दे लई साडे कोल कोई भी सैटिस्फैक्टरी आंसर नहीं सी। तो जदों साडे कोल कोई सैटिस्फैक्टरी आंसर इस केस च नहीं होगा तो दैट इनकम, दैट एक्सपेंडिचर, whatever expenditure we have incurred, that amount will be considered as the deemed income, ਉਸ ਨੂੰ ਕੀ ਮੰਨਿਆ ਜਾਊਗਾ, deemed income ਮੰਨਿਆ ਜਾਊਗਾ। ਤਾਂ ਇਹ 5 ਕੇਸਿਸ ਨੇ ਜਿਸ ਕੇਸ ਦੇ ਵਿੱਚ ਜੇਕਰ ਇਨਕਮ ਆਪਣੀ ਅਨਐਕਸਪਲੇਨਡ ਹੈ ਜਾਂ ਅਚਾਨਕ ਖਾਤੇ 'ਚ ਪੈਸੇ ਜਮ੍ਹਾਂ ਹੋ ਗਏ ਜਾਂ ਆਪਾਂ ਅੰਡਰ ਰਿਕਾਰਡ ਕਰਤਾ ਬੁੱਕਸ ਦੇ ਵਿੱਚ ਤਾਂ ਬਦਲੇ ਵਿੱਚ ਜੋ ਐਕਸੈਸਿਵ ਅਮਾਉਂਟ ਹੋਊਗੀ ਜਾਂ ਜਿਹੜੀ ਆਪਾਂ ਅਨਐਕਸਪਲੇਨਡ ਅਮਾਉਂਟ ਹੈ ਜਾਂ ਅਚਾਨਕ ਜਿਹੜੀ ਖਾਤੇ 'ਚ ਜਮ੍ਹਾਂ ਹੋਗੀ, that income will be considered as the डीम्ड इनकम। नाउ प्रोविजन ये आ गई भी जेकर इनकम टैक्स वाले ने इसको इनकम मान लिया तो उते की टैक्स लगूगा, बिल्कुल लगूगा, टैक्स भी लगूगा ते जेडी तुसी ये दस्सिया ने भी साडी इनकम है पेनल्टी भी लगूगी, ठीक है ना, टैक्स भी लगूगा ते नाल पेनल्टी भी लगूगी। कितनी लगूगी, 60% डायरेक्ट रेट है जिन्नी इनकम है, मान लो 10,000 रुपए इनकम है जेडी कि अनडिस्क्लोज्ड सी, ਜਿਹੜੇ ਡੀਮਡ ਇਨਕਮ ਸੀ ਤਾਂ 6000 ਰੁਪਏ ਡਾਇਰੈਕਟਲੀ ਟੈਕਸ ਭਰ ਦੋ ਖਾਤੇ 'ਚ ਸਰਕਾਰ ਦੇ, ਠੀਕ ਹੈ ਨਾ, 6000 ਰੁਪਏ ਡਾਇਰੈਕਟਲੀ ਭਰਨਾ ਪਊਗਾ। ਔਰ ਇੱਕ ਰਹੀ ਗੱਲ 6000 ਦੀ ਨਹੀਂ, ਸਿਰਫ ਕੱਲ ਨੂੰ ਤੁਸੀਂ ਆ ਗਏ ਕਹਿੰਦੇ ਜੀ ਸਾਨੂੰ ਤਾਂ ਪਿਛਲੇ ਸਾਲ ਲਾਸ ਵੀ ਹੋਇਆ ਸੀਗਾ, ਸਾਨੂੰ ਸੈਟਅਪ ਕਰ ਲਓ ਇਹਦੇ ਵਿੱਚੋਂ, ਉਹ ਕਹਿੰਦੇ ਜੀ ਕੋਈ ਲਾਸ ਅਲਾਉਡ ਨਹੀਂ, ਗਲਤੀ ਤੁਹਾਡੀ ਹੈ, ਦੱਸਿਆ ਨਹੀਂ ਨਾ ਤਾਂ ਭੁਗਤੋ, ਸਮਝੇ ਗੱਲ। ਤੁਸੀਂ ਸਾਨੂੰ ਨਹੀਂ ਦੱਸਿਆ ਵੀ ਸਾਨੂੰ ਇਹ ਇਨਕਮ ਹੈ, ਇੱਕ ਤਾਂ ਤੁਹਾਨੂੰ ਟੈਕਸ ਕਿੱਥੇ ਦਾ ਤੁਸੀਂ ਭਰਦੇ ਜਾਂ ਤਾਂ 5% ਦੀ ਸਲੈਬ 'ਚ ਆ ਜਾਂਦੇ ਜਾਂ ਤੁਸੀਂ 20% ਦੀ ਸਲੈਬ 'ਚ ਆ ਜਾਂਦੇ ਜਾਂ 30% ਦੀ ਸਲੈਬ 'ਚ ਆ ਜਾਂਦੇ, ਇੱਕ ਤਾਂ ਮੈਕਸਿਮਮ 30% ਹੈ, 60% ਭੁਗਤੋ, ਡਬਲ ਟੈਕਸ, ਠੀਕ ਹੈ ਨਾ, ਡਬਲ ਰੇਟ ਆਫ ਟੈਕਸ ਭਰੋ, ਇਹ ਪੈਨਲਟੀ ਤੇ ਟੈਕਸ ਦੋਨੋਂ ਰੇਟ ਹੈ, ਡਾਇਰੈਕਟ ਭਰਨਾ ਪਊਗਾ। ਉੱਤੋਂ ਦੀ ਨੁਕਸਾਨ ਹੋਰ ਸੈਟ ਆਫ ਵੀ ਨਹੀਂ ਕਰ ਸਕਦੇ, ਲੌਸਿਸ ਨੂੰ, ਪੁਰਾਣੇ ਸਾਲਾਂ ਦੇ ਲੌਸਿਸ ਨੂੰ ਸੈਟ ਆਫ ਵੀ ਨਹੀਂ ਕਰ ਸਕਦੇ, ਕੈਰੀ ਫਾਰਵਰਡ ਵੀ ਨਹੀਂ ਕਰ ਸਕਦੇ। ਤਾਂ ਇਸ ਤਰੀਕੇ ਦੇ ਨਾਲ ਇਹ ਆਪਣਾ क्वेश्चन सी डीम्ड इनकम और दिस इज द very important question from एग्जामिनेशन पॉइंट ऑफ व्यू फॉर शॉर्ट आंसर टाइप क्वेश्चन। इस करके इस क्वेश्चन को ਆਪਾਂ ਕੀ ਕਰਨਾ ਹੈ, ਚੰਗੇ ਤਰੀਕੇ ਨਾਲ ਪ੍ਰਪੇਅਰ ਕਰਨਾ ਹੈ। थैंक यू और ਇਹਦੇ ਨਾਲ ਆਪਣਾ ਚੈप्टर कंप्लीट हो गया।